ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਿਗਾਹ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਹਰ ਸਿੱਖ ਨੌਜਵਾਨ ਰੱਖੇ ਆਪਣੇ ਕੋਲ ਲਾਇਸੈਂਸੀ ਹਥਿਆਰ। ਜਥੇਦਾਰ ਅਕਾਲ ਤਖਤ ਸਾਹਿਬ ਨੇ ਕੀਤੀ ਵੱਡੀ ਅਪੀਲ। ਅਮਰੀਕੀ ਸੰਸਦ ਚੋਣਾਂ ਦੇ ਵਿੱਚ ਰਿਪਬਲਿਕ ਪਾਰਟੀ ਨੂੰ ਫਾਇਦਾ ਮਿਲਣ ਦੀ ਉਮੀਦ, ਸਰਵੇ ਨੇ ਕੀਤਾ ਜ਼ਾਹਰ। ਮੰਕੀ ਪੌਕਸ ਨੂੰ ਲੈ ਕੇ ਬਾਈਡਨ ਦਾ ਬਿਆਨ, ਕਿਹਾ ਚਿੰਤਤ ਹੋਣ ਦੀ ਹੈ ਲੋੜ। ਅਮਰੀਕਾ 'ਚ 50 ਸਾਲ ਤੋਂ ਰੋਜ਼ 버ਗਰ ਖਾ ਰਿਹਾ ਹੈ ਸ਼ਖਸ, ਬਣਿਆ ਹੈ ਵਰਲਡ ਰਿਕਾਰਡ। ਬਾਈਡਨ ਦਾ ਵੱਡਾ ਬਿਆਨ, ਕਿਹਾ ਜੇਕਰ ਚੀਨ ਤਾਈਵਾਨ ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਦੇਵੇਗਾ ਫੌਜੀ ਮਦਦ। ਸਿਮਰਜੀਤ ਬੈਂਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਜਬਰ ਜਨਾਹ ਦੇ ਭਗੌੜਾ ਕਰਾਰ ਦੇਣ ਨੂੰ ਦਿੱਤੀ ਚੁਣੌਤੀ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਸਾਰ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੱਤੀ ਗਈ ਹੈ। ਉੱਥੇ ਹੀ ਸਿੱਖਾਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੁੜਨ ਦੀ ਅਪੀਲ ਵੀ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਨਾਲ 4 ਜੰਗਾਂ ਲੜੀਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕੀਤਾ ਅਤੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਕਿ ਹੁਣ ਲੋੜ ਹੈ ਹਰ ਸਿੱਖ ਬਾਣੀ ਨਾਲ ਜਿੱਥੋਂ ਅੰਦਰੋਂ ਮਜ਼ਬੂਤ ਹੋਵੇ, ਉੱਥੇ ਹੀ ਨਸ਼ੇ ਛੱਡ ਤੰਦਰੁਸਤ ਹੋ ਸ਼ਸਤਰਧਾਰੀ ਬਣੇ ਤਾਂ ਜੋ ਉਹ ਆਪਣੀ ਅਤੇ ਆਪਣੇ ਧਰਮ ਦੀ ਰੱਖਿਆ ਕਰ ਸਕੇ। ਉਸ ਦਾ ਨਾਂ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਾਡਰਨ ਜ਼ਮਾਨੇ ਦੇ ਨਵੇਂ ਲਾਇਸੈਂਸੀ ਹਥਿਆਰ ਜ਼ਰੂਰ ਰੱਖਣ ਤਾਂ ਜੋ ਅੰਦਰੋਂ ਬਾਹਰ ਖੁਦ ਨੂੰ ਮਜ਼ਬੂਤ, ਬਲਵਾਨ ਅਤੇ ਤੰਦਰੁਸਤ ਸਮਝਿਆ ਜਾ ਸਕੇ। ਅੱਜ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਪਰਵ ਹੈ ਔਰ ਇਸ ਮਹਾਨ ਗੁਰਿਆਈ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ। ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ 5 ਭੌਤਿਕ ਤਨ ਦੇ ਵਿੱਚ ਵਿਚਰਦੇ ਆ ਵਕਤ ਦੀ ਹਕੂਮਤ ਦੇ ਨਾਲ 4 ਯੁੱਧ ਲੜੇ ਔਰ 4ਾਂ ਦੇ ਵਿੱਚ ਹੀ ਫਤਿਹ ਪ੍ਰਾਪਤ ਕੀਤੀ। ਪੂਰੇ ਹਿੰਦੁਸਤਾਨ ਦੇ ਅੰਦਰ ਗੈਰ ਮੁਸਲਮਾਨ ਲੋਕਾਂ ਦੇ ਅੰਦਰ ਇਹ ਧਾਰਨਾ ਸੀ ਕਿ ਇਸ ਸ਼ਕਤੀਸ਼ਾਲੀ ਸਾਮਰਾਜ ਨੂੰ, ਹਕੂਮਤ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ। ਲੇਕਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 4 ਯੁੱਧ ਲੜ ਕੇ 4ਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਇਸ ਧਾਰਨਾ ਨੂੰ ਤੋੜਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦੇ ਨਾਲ ਨਾਲ ਸਿੱਖ ਸੰਗਤਾਂ ਨੂੰ ਉਪਦੇਸ਼, ਸਿੱਖਿਆ ਦਿੱਤੀ ਕਿ ਹੁਣ ਵਕਤ ਆ ਗਿਆ ਹੈ ਕਿ ਹਰ ਸਿੱਖ ਜਿੱਥੇ ਬਾਣੀ ਪੜ੍ਹ ਕੇ ਬਲਵਾਨ ਹੋਵੇ ਉੱਥੇ ਸ਼ਸਤਰਧਾਰੀ ਜ਼ਰੂਰ ਹੋਵੇ। ਘੋੜਸਵਾਰੀ, ਸ਼ਸਤਰ ਵਿਦਿਆ, ਇਹ ਜਿਹੜੇ ਗੁਣ ਹੈ, ਇਹ ਜਿਹੜੀਆਂ ਕਲਾਵਾਂ ਨੇ, ਇਹ ਹਰ ਸਿੱਖ ਜਿਹੜਾ ਹੈ ਉਹ ਜ਼ਰੂਰ ਸਿੱਖੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਉਪਦੇਸ਼ ਅੱਜ ਵੀ ਕਾਰਗਰ ਹੈ। ਇੱਕ ਟੀਵੀ ਚੈਨਲ NBC ਵੱਲੋਂ ਇਸ ਹਫ਼ਤੇ ਕਰਵਾਏ ਸਰਵੇਖਣ ਮੁਤਾਬਕ ਜੋ ਬਾਈਡਨ ਦੇ ਕੰਮਕਾਜ ਤੋਂ ਖੁਸ਼ ਲੋਕਾਂ ਦੀ ਗਿਣਤੀ ਘਟ ਕੇ 39% ਰਹਿ ਗਈ ਹੈ, ਜਦਕਿ ਇਸ ਸਰਵੇ ਦੇ ਵਿੱਚ ਸ਼ਾਮਲ 56% ਲੋਕਾਂ ਨੇ ਰਾਸ਼ਟਰਪਤੀ ਦੇ ਪ੍ਰਦਰਸ਼ਨ ਨੂੰ ਖਰਾਬ ਦੱਸਿਆ। ਸਰਵੇ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਮਹਿੰਗਾਈ, ਆਰਥਿਕ ਬਦਹਾਲੀ, ਸਰਹੱਦੀ ਸੁਰੱਖਿਆ ਜਿਹੇ ਮੁੱਦਿਆਂ ਤੇ ਲੋਕ ਬਾਈਡਨ ਪ੍ਰਸ਼ਾਸਨ ਤੋਂ ਨਾਰਾਜ਼ ਹੁੰਦੇ ਨਜ਼ਰ ਆ ਰਹੇ ਨੇ। ਵੈਬਸਾਈਟ ਦਾ hill.com ਮੁਤਾਬਕ ਬਾਈਡਨ ਦੇ ਕੰਮਕਾਜ ਤੇ ਤਸੱਲੀ ਜਤਾਉਣ ਵਾਲੇ ਲੋਕਾਂ ਦੀ ਗਿਣਤੀ 19 ਹੈ, ਜਿੰਨੇ ਲੋਕ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ 1.5 ਸਾਲ ਦੇ ਕਾਰਜਕਾਲ ਤੋਂ ਬਾਅਦ ਸਹੀ ਠਹਿਰਾਉਂਦੇ ਸੀ। ਜੋ ਬਾਈਡਨ ਜਦੋਂ ਰਾਸ਼ਟਰਪਤੀ ਚੁਣੇ ਗਏ ਤਦ ਉਹਨਾਂ 51% ਵੋਟਾਂ ਮਿਲੀਆਂ ਸਨ। ਵਿਸ਼ਲੇਸ਼ਕਾਂ ਮੁਤਾਬਕ ਇਸ ਦਾ ਅਰਥ ਇਹ ਹੈ ਕਿ ਬੀਤੇ 1.5 ਸਾਲ ਦੇ ਵਿੱਚ ਉਹਨਾਂ ਦੇ ਲਗਭਗ 12% ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਇੱਕ ਹੋਰ ਸਰਵੇ ਏਜੰਸੀ GMC ਐਨਾਲਿਟਿਕਸ ਨੇ ਆਪਣੇ ਤਾਜ਼ਾ ਸਰਵੇ ਤੋਂ ਬਾਅਦ ਕਿਹਾ ਕਿ ਮੌਜੂਦਾ ਮਾਹੌਲ ਨੂੰ ਦੇਖਦੇ ਹੋਏ ਨਵੰਬਰ 2022 ਦੇ ਵਿੱਚ ਹੋਣ ਵਾਲੀ ਸੰਸਦੀ ਚੋਣਾਂ ਦੇ ਵਿੱਚ ਰਿਪਬਲਿਕ ਪਾਰਟੀ ਨੂੰ ਫਾਇਦਾ ਮਿਲਣ ਦੀ ਉਮੀਦ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਕਿਹਾ ਕਿ ਯੂਰਪ ਅਤੇ ਅਮਰੀਕਾ ਦੇ ਵਿੱਚ ਹਾਲ ਹੀ ਸਾਹਮਣੇ ਆਏ ਮੰਕੀ ਪੌਕਸ ਮਾਮਲਿਆਂ ਨੂੰ ਚਿੰਤਤ ਹੋਣ ਦੀ ਲੋੜ ਹੈ। ਇਸ ਬਿਮਾਰੀ ਤੇ ਪਹਿਲੀ ਵਾਰ ਜਨਤਕ ਤੌਰ ਤੇ ਟਿੱਪਣੀ ਕਰਦਿਆਂ ਬਾਈਡਨ ਨੇ ਕਿਹਾ, ਚਿੰਤਾ ਦੀ ਗੱਲ ਇਹ ਹੈ ਕਿ ਜੇ ਇਹ ਲਾਗ ਫੈਲਦੀ ਹੈ ਤਾਂ ਇਸ ਦੇ ਨਤੀਜੇ ਭੁਗਤਣੇ ਹੋਣਗੇ। ਬਾਈਡਨ ਨੇ ਦੱਖਣੀ ਕੋਰੀਆ ਦੇ ਉਸਾਨ ਹਵਾਈ ਅੱਡੇ ਤੇ ਪੱਤਰਕਾਰਾਂ ਵੱਲੋਂ ਇਸ ਬਿਮਾਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ਰਾਸ਼ਟਰਪਤੀ ਵਜੋਂ ਏਸ਼ੀਆ ਦੀ ਆਪਣੀ ਪਹਿਲੀ ਯਾਤਰਾ ਤੇ ਸਿਲਸਿਲੇ ਦੇ ਵਿੱਚ ਬਾਈਡਨ ਨੇ ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਫੌਜੀਆਂ ਦੇ ਨਾਲ ਮੁਲਾਕਾਤ ਕੀਤੀ। ਬਾਈਡਨ ਨੇ ਕਿਹਾ ਕਿ ਅਜੇ ਮੈਨੂੰ ਲਾਗ ਦੇ ਪ੍ਰਸਾਰ ਬਾਰੇ ਨਹੀਂ ਦੱਸਿਆ ਗਿਆ ਹੈ, ਇਸ ਬਾਰੇ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਕੰਮ ਚੱਲ ਰਿਹਾ ਹੈ ਕਿ ਕਿਹੜੀ ਵੈਕਸੀਨ ਅਸਰਦਾਰ ਹੋ ਸਕਦੀ
ਸਕਦੀ ਹੈ। ਮੰकीपॉक्स ਦੇ ਮਾਮਲੇ ਅਫਰੀਕਾ ਤੋਂ ਬਾਹਰ ਘੱਟ ਹੀ ਦੇਖਣ ਨੂੰ ਮਿਲਦੇ ਹਨ, ਪਰ ਸ਼ੁੱਕਰਵਾਰ ਤੱਕ ਦੁਨੀਆ ਭਰ ਦੇ ਵਿੱਚ 80 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹਨਾਂ ਚੋਂ ਘੱਟੋ ਘੱਟ 2 ਮਾਮਲੇ ਅਮਰੀਕਾ 'ਚ ਸਾਹਮਣੇ ਆਏ ਨੇ। ਹਾਲਾਂਕਿ ਇਹ ਬਿਮਾਰੀ ਚੇਚਕ ਵਰਗੀ ਹੈ, ਪਰ ਇਸ ਦੇ ਲੱਛਣ ਹਲਕੇ ਹੁੰਦੇ ਹਨ। ਮਰੀਜ਼ ਆਮ ਤੌਰ ਤੇ ਹਸਪਤਾਲ 'ਚ ਦਾਖਲ ਹੋਣ ਤੋਂ ਬਿਨਾਂ 2-4 ਹਫ਼ਤਿਆਂ 'ਚ ਠੀਕ ਹੋ ਜਾਂਦੇ ਨੇ, ਪਰ ਕਈ ਵਾਰ ਇਹ ਬਿਮਾਰੀ ਘਾਤਕ ਹੋ ਸਕਦੀ ਹੈ। ਇਨਸਾਨ ਆਪਣੇ ਮਨਪਸੰਦ ਖਾਣੇ ਨੂੰ ਬੜੇ ਸ਼ੌਂਕ ਦੇ ਨਾਲ ਖਾਂਦਾ ਹੈ। ਜੇਕਰ ਇਨਸਾਨ ਨੂੰ ਉਸਦਾ ਪਸੰਦੀਦਾ ਖਾਣਾ ਲਗਾਤਾਰ ਦਿੱਤਾ ਜਾਵੇ ਤਾਂ ਸ਼ਾਇਦ ਉਹ ਬੋਰ ਹੋ ਸਕਦਾ ਹੈ, ਪਰ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਨੂੰ ਮੈਕਡੋਨਲਡ ਬਿਗ ਮੈਕ ਨਾਲ ਇੰਨਾ ਪਿਆਰ ਹੈ ਕਿ ਉਹ ਪਿਛਲੇ 50 ਸਾਲ ਤੋਂ ਲਗਭਗ ਹਰ ਰੋਜ਼ ਇੱਕ ਬਿਗ ਮੈਕ ਖਾ ਰਿਹਾ ਹੈ। ਬਿਗ ਮੈਕ ਨਾਲ ਪਿਆਰ ਕਰਨ ਕਾਰਨ ਉਸਨੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾ ਲਿਆ। ਉਸਨੇ ਆਪਣੇ ਇਸ ਰਿਕਾਰਡ ਦਾ ਜਸ਼ਨ ਵੀ ਆਪਣੇ ਇਲਾਕੇ ਦੇ ਵਿੱਚ ਮੌਜੂਦ ਮੈਕਡੋਨਲਡ ਵਿੱਚ ਬਿਗ ਮੈਕ ਖਾ ਕੇ ਮਨਾਇਆ। 68 ਸਾਲਾ ਡੋਨਾਲਡ ਗੋਰਸਕੇ ਅਮਰੀਕਾ ਦੇ ਵਿਸਾਕਾਨਿਕਸਨ ਸੂਬੇ ਦੇ ਵਿੱਚ ਰਹਿੰਦਾ ਹੈ। ਗੋਰਸਕੇ ਇੱਕ ਜੇਲ੍ਹ ਦੇ ਵਿੱਚ ਗਾਰਡ ਸਨ, ਹਾਲਾਂਕਿ ਹੁਣ ਉਹ ਰਿਟਾਇਰਡ ਹੋ ਚੁੱਕੇ ਨੇ। ਉਹਨਾਂ ਨੂੰ ਬਿਗ ਮੈਕ ਇੰਨਾ ਪਸੰਦ ਹੈ ਕਿ ਉਹ ਇੱਕ ਦਿਨ ਵਿੱਚ 2 ਬਿਗ ਮੈਕ ਵੀ ਖਾ ਲੈਂਦੇ ਨੇ। ਪਿਛਲੇ ਸਾਲ ਅਗਸਤ ਦੇ ਵਿੱਚ ਗੋਰਸਕੇ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਸਭ ਤੋਂ ਜ਼ਿਆਦਾ ਬਿਗ ਮੈਕ ਦਾ ਆਪਣਾ ਖੁਦ ਦਾ ਰਿਕਾਰਡ ਅਪਡੇਟ ਕੀਤਾ। ਉਹਨਾਂ ਨੇ 17 ਮਈ ਨੂੰ 1972 ਨੂੰ ਬਿਗ ਮੈਕ ਬਰਗਰਜ਼ ਖਾਣਾ ਸ਼ੁਰੂ ਕੀਤਾ ਸੀ, ਜਿਸ ਮਗਰੋਂ ਉਹ ਲਗਾਤਾਰ 50 ਸਾਲਾਂ ਤੋਂ ਰੋਜ਼ਾਨਾ ਬਿਗ ਮੈਕ ਬਰਗਰ ਖਾ ਰਿਹਾ ਹੈ। 7 ਮਈ 2022 ਨੂੰ ਉਹਨਾਂ ਨੇ ਆਪਣੇ ਬਿਗ ਮੈਕ ਲਵ ਦੀ 50ਵੀਂ ਵਰ੍ਹੇਗੰਢ ਮਨਾਈ। ਹਾਲਾਂਕਿ ਗੋਰਸਕੇ ਨੇ ਦੱਸਿਆ ਕਿ 1972 ਤੋਂ ਲੈ ਕੇ ਹੁਣ ਤੱਕ ਉਹ ਸਿਰਫ 8 ਦਿਨ ਹੀ ਆਪਣੇ ਬਿਗ ਮੈਕ ਤੋਂ ਦੂਰ ਰਹੇ ਨੇ। ਉਹਨਾਂ ਨੇ ਦੱਸਿਆ ਕਿ 1982 ਦੇ ਵਿੱਚ ਇੱਕ ਭਿਆਨਕ ਤੂਫਾਨ ਆਉਣ ਕਾਰਨ ਮੈਕਡੋਨਲਡ ਕੁਝ ਸਮੇਂ ਲਈ ਬੰਦ ਹੋ ਗਿਆ ਸੀ ਅਤੇ ਫਿਰ ਇੱਕ ਦਿਨ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਇਹਨਾਂ 2 ਘਟਨਾਵਾਂ ਦੌਰਾਨ ਹੀ ਗੋਰਸਕੇ ਮੈਕਡੋਨਲਡ ਦੇ ਬਿਗ ਮੈਕ ਤੋਂ ਦੂਰ ਰਹੇ ਨੇ। ਗੋਰਸਕੇ ਨੇ ਪਹਿਲੀ ਵਾਰ ਫਾਊਂਡ ਡੂ ਲੈਕ ਬ੍ਰਾਂਚ ਦੇ ਵਿੱਚ ਮੈਕ ਖਾਧਾ ਸੀ ਅਤੇ ਉੱਥੋਂ ਹੀ ਉਸਦਾ ਅਤੇ ਬਿਗ ਮੈਕ ਨਾਲ ਪਿਆਰ ਸ਼ੁਰੂ ਹੋਇਆ ਸੀ। ਉਹਨਾਂ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ਮੈਂ ਸਿੱਧੇ ਮੈਕਡੋਨਲਡ ਗਿਆ, 3 ਮੈਕ ਬਰਗਰ ਲਏ ਤੇ ਫਿਰ ਕਾਰ ਦੇ ਵਿੱਚ ਵਾਪਸ ਆ ਕੇ ਉਹਨਾਂ ਨੂੰ ਖਾ ਲਿਆ। ਉਸੇ ਪਲ ਵਿੱਚ ਹੀ ਮੈਂ ਕਿਹਾ ਸੀ ਕਿ ਸ਼ਾਇਦ ਪੂਰੀ ਜ਼ਿੰਦਗੀ ਇਹਨਾਂ ਨੂੰ ਖਾਵਾਂਗਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਚੀਨ ਨੇ ਤਾਇਵਾਨ ਤੇ ਹਮਲਾ ਕੀਤਾ ਤਾਂ ਉਹਨਾਂ ਦਾ ਦੇਸ਼ ਫੌਜੀ ਦਖਲਅੰਦਾਜ਼ੀ ਕਰੇਗਾ। ਇਹ ਬਿਆਨ ਪਿਛਲੇ ਕੁਝ ਦਹਾਕਿਆਂ ਵਿੱਚ ਤਾਇਵਾਨ ਦੇ ਸਮਰਥਨ ਦੇ ਵਿੱਚ ਸਿੱਧੇ ਅਤੇ ਉੱਚੇ ਬਿਆਨਾਂ ਦੇ ਵਿੱਚੋਂ ਇੱਕ ਹੈ। ਬਾਈਡਨ ਨੇ ਕਿਹਾ ਕਿ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਸਵੈ ਸ਼ਾਸਨ ਵਾਲੇ ਟਾਪੂ ਦਾ ਬਚਾਅ ਕਰਨ ਲਈ ਦਬਾਅ ਹੋਰ ਵੀ ਵੱਧ ਗਿਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਤਾਇਵਾਨ ਦੇ ਵਿਰੁੱਧ ਤਾਕਤ ਦੀ ਵਰਤੋਂ ਕਰਨ ਦਾ ਚੀਨ ਦਾ ਕਦਮ ਨਾ ਸਿਰਫ ਬੇਇਨਸਾਫੀ ਹੋਵੇਗਾ, ਸਗੋਂ ਇਹ ਪੂਰੇ ਦੇਸ਼ ਨੂੰ ਉਜਾੜ ਦੇਵੇਗਾ ਅਤੇ ਖੇਤਰ ਅਤੇ ਯੂਕਰੇਨ ਦੇ ਵਿੱਚ ਕੀਤੀ ਗਈ ਕਾਰਵਾਈ ਦੇ ਸਮਾਨ ਹੋਵੇਗਾ। ਇੱਕ ਚੀਨ ਨੀਤੀ ਦੇ ਤਹਿਤ ਅਮਰੀਕਾ ਬੀਜਿੰਗ ਨੂੰ ਚੀਨ ਸਰਕਾਰ ਵਜੋਂ ਮਾਨਤਾ ਦਿੱਤੀ ਹੈ ਅਤੇ ਉਸ ਨੇ ਤਾਇਵਾਨ ਨਾਲ ਕੋਈ ਕੂਟਨੀਤੀ ਸੰਬੰਧ ਨਹੀਂ ਨੇ। ਹਾਲਾਂਕਿ ਉਸ ਦਾ ਤਾਇਵਾਨ ਨਾਲ ਗੈਰ ਰਸਮੀ ਸੰਪਰਕ ਹੈ। ਅਮਰੀਕਾ ਇਸ ਟਾਪੂ ਦੀ ਰੱਖਿਆ ਲਈ ਫੌਜੀ ਸਾਜ਼ੋ ਸਮਾਨ ਦੀ ਸਪਲਾਈ ਵੀ ਕਰਦਾ ਹੈ। ਜਬਰ ਜਨਾਹ ਮਾਮਲੇ 'ਚ ਭਗੌੜਾ ਕਰਾਰ ਦਿੱਤੇ ਗਏ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਪਾਈ ਗਈ ਜ਼ਮਾਨਤ ਪਟੀਸ਼ਨ ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਸਿਮਰਜੀਤ ਬੈਂਸ ਨੇ ਖੁਦ ਤੇ ਦਰਜ ਜਬਰ ਜਨਾਹ ਮਾਮਲੇ ਅਤੇ ਭਗੌੜਾ ਕਰਾਰ ਦੇਣ ਨੂੰ ਚੈਲੰਜ ਕੀਤਾ ਹੈ। ਉਹਨਾਂ ਨੇ ਆਪਣੇ ਤੇ ਦਰਜ ਕੇਸ ਦੀ ਵੀ CBI ਜਾਂਚ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਜਬਰ ਜਨਾਹ ਮਾਮਲੇ 'ਚ ਅਦਾਲਤ 'ਚ ਪੇਸ਼ ਨਾ ਹੋਣ ਤੇ ਲੁਧਿਆਣਾ ਅਦਾਲਤ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੰਜਾਬ ਦੇ ਮੌਸਮ ਵਿਭਾਗ ਵੱਲੋਂ ਸੂਬੇ ਦੇ ਵਿੱਚ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ। ਚੇਤਾਵਨੀ ਦਿੱਤੀ ਗਈ ਹੈ ਕਿ ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਅਤੇ ਮੰਗਲਵਾਰ ਤੇਜ਼ ਹਵਾਵਾਂ ਚੱਲਣਗੀਆਂ ਤੇ ਕਿਤੇ-ਕਿਤੇ ਹਲਕੇ ਅਤੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਖਾਸ ਤੌਰ ਤੇ ਚੇਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਲੋਕ ਘਰਾਂ ਦੇ ਵਿੱਚੋਂ ਘੱਟ ਤੋਂ ਘੱਟ ਬਾਹਰ ਨਿਕਲਣ ਅਤੇ ਟਰੈਵਲਿੰਗ ਤੇ ਖਾਸ ਧਿਆਨ ਦੇਣ, ਕਿਉਂਕਿ ਤੇਜ਼ ਹਵਾਵਾਂ ਚੱਲਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਲਿਹਾਜ਼ਾ ਲੋਕ ਸਫ਼ਰ ਤੋਂ ਪਰਹੇਜ਼ ਕਰਨ। ਭਾਵੇਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਪੈਣ ਕਾਰਨ ਤਾਪਮਾਨ 'ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ, ਇਸ ਦੇ ਬਾਵਜੂਦ ਜੇਕਰ ਜ਼ਿਆਦਾ ਤਾਪਮਾਨ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਪੰਜਾਬ 'ਚ ਸਭ ਤੋਂ ਜ਼ਿਆਦਾ ਗਰਮ ਮੁਕਤਸਰ ਸ਼ਹਿਰ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਮੌਸਮ ਵਿਭਾਗ ਦੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੋਗਾ 40.4, ਫਿਰੋਜ਼ਪੁਰ 42.4, ਅੰਮ੍ਰਿਤਸਰ 41, ਬਰਨਾਲਾ 41 ਤੇ ਜਲੰਧਰ 4.3 ਡਿਗਰੀ ਟੈਂਪਰੇਚਰ ਰਿਹਾ। ਮੌਸਮ ਮਾਹਿਰਾਂ ਮੁਤਾਬਕ 23 ਮਈ ਨੂੰ ਸੂਬੇ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ ਅਤੇ 24 ਮਈ ਨੂੰ ਕਿਤੇ-ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਹਵਾਈ ਅੱਡਿਆਂ ਨੂੰ ਲੈ ਕੇ ਅਫਸਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ।
ਇਸ ਮੀਟਿੰਗ ਦੌਰਾਨ ਸੂਬੇ ਦੇ ਹਵਾਈ ਅੱਡਿਆਂ ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ 'ਚ ਸੂਬੇ ਦੇ ਘਰੇਲੂ ਹਵਾਈ ਅੱਡਿਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਹੈ। ਮੀਟਿੰਗ 'ਚ ਕਿਹਾ ਗਿਆ ਕਿ ਫੂਡ ਪ੍ਰੋਸੈਸਿੰਗ ਲਈ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਫਲਾਈਟਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈ ਕੇ ਅਫਸਰਾਂ ਦੇ ਨਾਲ ਮੀਟਿੰਗ ਹੋਈ ਅਤੇ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਨਾਂ ਦੇ ਲਈ ਪ੍ਰਬੰਧਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਭਗਵੰਤ ਮਾਨ ਨੇ ਲਿਖਿਆ ਕਿ ਸਾਡੀ ਕੋਸ਼ਿਸ਼ ਹੈ ਕਿ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਅਤੇ ਕਾਰਗੋ ਉਡਾਣਾਂ ਨੂੰ ਜਲਦੀ ਤੋਂ ਜਲਦ ਤੇਜ਼ ਕੀਤਾ ਜਾਵੇ। ਫਿਲੌਰ ਪੁਲਿਸ ਅਕੈਡਮੀ 'ਚ ਨਸ਼ੇ ਦੇ ਕਾਰੋਬਾਰ ਦੀਆਂ ਕਾਲੀਆਂ ਪਰਤਾਂ ਦਿਨੋਂ ਦਿਨ ਉਜਾਗਰ ਹੁੰਦੀਆਂ ਨਜ਼ਰ ਆ ਰਹੀਆਂ ਨੇ। ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਸੀਨੀਅਰ ਇੰਸਪੈਕਟਰ ਸ਼ਕਤੀ ਕੁਮਾਰ ਅਤੇ ਗ੍ਰੇਡ 4 ਦੇ ਕਰਮਚਾਰੀ ਜੈਰਾਮ ਦੀ ਗ੍ਰਿਫਤਾਰੀ ਤੋਂ ਬਾਅਦ ਅਹਿਮ ਸੁਰਾਗ ਮਿਲੇ ਨੇ। ਇਸੇ ਮਾਮਲੇ ਦੇ ਵਿੱਚ 5 ਹੋਰ ਕਾਂਸਟੇਬਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੀ ਪਛਾਣ ਸਿਪਾਹੀ ਕਮਲਜੀਤ ਸਿੰਘ ਨੰਬਰ 723 ਤਰਨਤਾਰਨ, ਸਿਪਾਹੀ ਗੋਬਿੰਦ ਸਿੰਘ ਨੰਬਰ 502 और अमनदीप सिंह नंबर 448, रमनदीप सिंह 411, सिपाही हरप्रीत सिंह 462 PAP ਫਲੋਰ ਵਜੋਂ ਹੋਈ ਹੈ। ਅਕੈਡਮੀ ਦੇ ਵਿੱਚ ਇਹ ਪੰਜੇ ਖੁਦ ਨਸ਼ੇ ਦੇ ਆਦੀ ਸਨ ਅਤੇ ਨਸ਼ੇ ਦੇ ਆਦੀ ਪੁਲਿਸ ਮੁਲਾਜ਼ਮਾਂ ਨੂੰ ਵੀ ਨਸ਼ਾ ਸਪਲਾਈ ਕਰਦੇ ਸਨ। ਫਲੋਰ ਪੁਲਿਸ ਨੇ ਨਿਧੀ ਪਤਨੀ ਗੁਰਦੀਪ ਮੁਛੂਵਾਸੀ ਪਿੰਡ ਜੰਪਦੋਹਾ ਜਗਤਾਰਪੁਰਾ ਨੰਬਰ ਨੂੰ 42 ਗ੍ਰਾਮ ਚੂਰਾ ਪੋਸਟ ਸਮੇਤ ਕਾਬੂ ਕੀਤਾ ਹੈ। ਨਿਧੀ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸਨੇ ਸ਼ਕਤੀ ਅਤੇ ਜੈਰਾਮ ਨੂੰ ਚਿੱਟਾ ਵੀ ਸਪਲਾਈ ਕੀਤਾ ਸੀ। ਪੁਲਿਸ ਸੂਤਰਾਂ ਅਨੁਸਾਰ ਇਹਨਾਂ ਸਿਪਾਹੀਆਂ ਅਤੇ ਸਾਥੀਆਂ ਤੋਂ ਇਲਾਵਾ ਹੋਰ ਵੀ ਕਈ ਪੁਲਿਸ ਮੁਲਾਜ਼ਮ ਅਕੈਡਮੀ ਦੇ ਵਿੱਚ ਨਸ਼ਾ ਕਰਦੇ ਨੇ। ਡੋਪ ਟੈਸਟ ਕਰਵਾਉਣ ਤੋਂ ਬਾਅਦ ਹੀ ਉਸ ਦੀ ਪਛਾਣ ਹੋਵੇਗੀ। ਇਸ ਮਾਮਲੇ 'ਚ ਬਣਾਈ ਗਈ ਜਾਂਚ ਕਮੇਟੀ 'ਚ ਦਰਜਨ ਭਰ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਨੇ ਜੋ ਨਾ ਸਿਰਫ ਨਸ਼ਾ ਕਰਦੇ ਨੇ ਸਗੋਂ ਨਸ਼ਾ ਸਪਲਾਈ ਵੀ ਕਰਦੇ ਨੇ, ਪਰ ਅੱਜ ਤੱਕ ਉਹਨਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਅਤੇ ਨਾ ਹੀ ਕੋਈ ਕਾਰਵਾਈ ਹੋਈ ਹੈ। 10 ਮਈ ਨੂੰ ਜਦੋਂ ਕਾਂਸਟੇਬਲ ਰਮਨਦੀਪ ਸਿੰਘ ਦੀ ਸ਼ਿਕਾਇਤ ਤੇ ਸ਼ਕਤੀ ਕੁਮਾਰ ਅਤੇ ਜੈਰਾਮ ਖਿਲਾਫ ਕੇਸ ਦਰਜ ਕੀਤਾ ਗਿਆ ਤਾਂ ਮੁਲਾਜ਼ਮਾਂ ਨੂੰ ਸਿੱਧੇ ਜੇਲ੍ਹ ਭੇਜ ਦਿੱਤਾ ਗਿਆ। ਬਾਅਦ 'ਚ ਮਾਮਲੇ ਨੇ ਤੂਲ ਫੜ ਲਈ ਤਾਂ ਪੁਲਿਸ ਨੇ ਦੋਵਾਂ ਨੂੰ ਰਿਮਾਂਡ ਤੇ ਲੈ ਲਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਣਕ ਤੋਂ ਐਲਰਜੀ ਹੋਣ ਕਾਰਨ ਜੇਲ੍ਹ ਦੇ ਵਿੱਚ ਸਿਰਫ ਉਬਲੀਆਂ ਸਬਜ਼ੀਆਂ ਹੀ ਖਾ ਰਹੇ ਨੇ। ਅਦਾਲਤ ਵੱਲੋਂ ਡਾਈਟ ਸੰਬੰਧੀ ਹਦਾਇਤਾਂ ਤੋਂ ਬਾਅਦ ਡਾਕਟਰ ਦੇ ਬੋਰਡ ਕੋਲ ਪੇਸ਼ ਕਰਨ ਲਈ ਅੱਜ ਸਿੱਧੂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦੀ ਡਾਈਟ ਬਾਰੇ ਫੈਸਲਾ ਕੀਤਾ ਜਾਵੇਗਾ। ਪਟਿਆਲਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਸ ਸੰਬੰਧੀ ਡਾਕਟਰਾਂ ਦੇ ਕੋਲ ਰਿਪੋਰਟ ਮੰਗੀ ਹੈ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਵਾੜ ਐਤਵਾਰ 10 ਵਜੇ ਸ਼ਰਧਾਲੂਆਂ ਦੀ ਅਰਦਾਸ ਦੇ ਨਾਲ ਖੋਲ੍ਹ ਦਿੱਤੇ ਗਏ। 5 ਪਿਆਰਿਆਂ ਦੀ ਅਗਵਾਈ ਵਿੱਚ 5000 ਸ਼ਰਧਾਲੂਆਂ ਨੇ ਇਸ ਪਲ ਦੇ ਗਵਾਹ ਬਣੇ। ਇਸ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵੇਰੇ 9 ਵਜੇ ਦਰਬਾਰ ਸਾਹਿਬ ਲਿਆਂਦਾ ਗਿਆ। ਗੁਰਦੁਆਰਾ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿਦਰਾ ਨੇ ਦੱਸਿਆ ਕਿ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 12 ਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ। ਦਰਸ਼ਨ ਕਰਨ ਆਏ ਹਰ ਸ਼ਰਧਾਲੂ ਲਈ ਰਜਿਸਟ੍ਰੇਸ਼ਨ ਅਤੇ ਟੀਕਾਕਰਨ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ। ਤਾਪਮਾਨ ਘੱਟ ਹੋਣ ਕਾਰਨ ਹੇਮਕੁੰਟ ਸਾਹਿਬ ਦੇ ਸਰੋਵਰ ਵਿੱਚ ਹੁਣ ਵੀ ਬਰਫ਼ ਜਮੀ ਹੋਈ ਹੈ। ਦਰਸ਼ਨ ਕਰਨ ਆਏ ਸੁਜਾਨਪੁਰ ਪਠਾਨਕੋਟ ਦੇ ਲੇਖਰਾਜ ਨੇ ਦੱਸਿਆ ਕਿ ਉਹ ਰਿਸ਼ੀਕੇਸ਼ ਤੋਂ ਟੈਕਸੀ ਰਾਹੀਂ 9 ਘੰਟੇ ਦਾ ਸਫ਼ਰ ਕਰਕੇ ਗੋਬਿੰਦ ਘਾਟ ਪਹੁੰਚਿਆ, ਜਿੱਥੇ 10,000 ਸ਼ਰਧਾਲੂਆਂ ਨੂੰ ਰੋਕਿਆ ਗਿਆ ਸੀ। ਇਸ ਦੇ ਨਾਲ ਹੀ 5,000 ਲੋਕਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਹੋਣ ਕਾਰਨ ਉਹਨਾਂ ਨੂੰ ਅੱਗੇ ਭੇਜ ਦਿੱਤਾ ਗਿਆ ਸੀ। ਸ਼ਨੀਵਾਰ ਸ਼ਾਮ ਨੂੰ ਬਰਫ਼ਬਾਰੀ ਦੇ ਬਾਵਜੂਦ ਸ਼ਰਧਾਲੂਆਂ ਦੇ ਹੌਸਲੇ ਘੱਟ ਨਹੀਂ ਹੋਏ। ਇਸ ਤੋਂ ਬਾਅਦ ਐਤਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਦੇ ਕਵਾੜ ਖੋਲ੍ਹ ਦਿੱਤੇ ਗਏ। ਕੈਨੇਡਾ ਦੇ ਵਿੱਚ ਮੰਕੀਪੌਕਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਕੈਨੇਡਾ ਦੇ ਸਾਰੇ ਸੂਬਿਆਂ ਦੇ ਵਿੱਚ ਪੈਰ ਪਸਾਰ ਰਿਹਾ ਹੈ। ਟੋਰਾਂਟੋ ਦੇ ਸਿਹਤ ਅਧਿਕਾਰੀ ਸ਼ਹਿਰ ਦੇ ਵਿੱਚ ਮੰਕੀਪੌਕਸ ਦੇ ਪਹਿਲੇ ਸ਼ੱਕੀ ਮਾਮਲੇ ਦੀ ਜਾਂਚ ਕਰ ਰਹੇ ਨੇ। ਇਸ ਕੇਸ ਵਿੱਚ 40 ਸਾਲਾਂ ਦਾ ਇੱਕ ਪੁਰਸ਼ ਨਿਵਾਸੀ ਸ਼ਾਮਲ ਹੈ, ਜਿਸ ਦਾ ਹਾਲ ਦੇ ਵਿੱਚ ਮੌਂਟਰੀਅਲ ਦੀ ਯਾਤਰਾ ਕਰਨ ਵਾਲੇ ਕਿਸੇ ਵਿਅਕਤੀ ਦੇ ਨਾਲ ਸੰਪਰਕ ਹੋਇਆ ਸੀ। ਟੋਰਾਂਟੋ ਪਬਲਿਕ ਹੈਲਥ ਦੇ ਅਨੁਸਾਰ ਵਿਅਕਤੀ ਹੁਣ ਹਸਪਤਾਲ ਦੇ ਵਿੱਚ ਠੀਕ ਰਿਹਾ। ਬੇਸ਼ੱਕ ਕੈਨੇਡਾ ਦੇ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਤਸੱਲੀ ਦਿੱਤੀ ਜਾ ਰਹੀ ਹੈ ਕਿ ਇਹ ਵਾਇਰਸ ਜਾਨਲੇਵਾ ਨਹੀਂ ਹੈ, ਪਰ ਕੋਰੋਨਾ ਦਾ ਪ੍ਰਕੋਪ ਚੱਲ ਚੁੱਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ। ਜਾਣਕਾਰੀ ਮੁਤਾਬਕ 5 ਦਿਨਾਂ ਪਹਿਲਾਂ ਮੌਂਟਰੀਅਲ ਵਿੱਚ ਜਾਂਚ ਦੌਰਾਨ 2 ਮਰੀਜ਼ਾਂ ਵਿੱਚ ਮੰਕੀਪੌਕਸ ਵਾਇਰਸ ਦਾ ਪਤਾ ਲੱਗਿਆ ਸੀ। ਇਸ ਮਗਰੋਂ ਕੁਝ ਹੋਰ ਸੂਬਿਆਂ ਦੇ ਵਿੱਚ ਵੀ ਇਸ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਨੇ। ਕੈਨੇਡਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਮੰਕੀਪੌਕਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 10 ਤੋਂ 12 ਦੇ ਵਿਚਕਾਰ ਪਹੁੰਚ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ ਸ਼ੁੱਧ ਦੀ ਇਸ ਬਿਮਾਰੀ ਕਾਰਨ ਤੇਜ਼ ਬੁਖਾਰ ਅਤੇ ਸਰੀਰ ਤੇ ਹਲਕੇ ਦਾਣੇ ਨਿਕਲ ਆਉਂਦੇ ਨੇ ਅਤੇ ਜੋੜਾਂ ਦੇ ਵਿੱਚ ਤੇਜ਼ ਦਰਦ ਹੋਣ ਲੱਗਦਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾਵਾਂ ਮੁਤਾਬਕ ਮੰਕੀਪੌਕਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਸ ਦਾ ਇਲਾਜ ਅਤੇ ਦਵਾਈਆਂ ਹਸਪਤਾਲ ਦੇ ਵਿੱਚ ਮੌਜੂਦ ਨੇ। ਟੋਰਾਂਟੋ ਦੇ ਵਿੱਚ ਮੰਕੀਪੌਕਸ ਤੋਂ ਪੀੜਤ 2 ਮਰੀਜ਼ਾਂ ਦੀ ਜਾਂਚ ਮਗਰੋਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ। ਸਿਹਤ ਵਿਭਾਗ ਇਹ ਪਤਾ ਲਗਾ ਰਿਹਾ ਹੈ ਕਿ ਇਹ ਵਾਇਰਸ ਵਿਦੇਸ਼ ਤੋਂ ਕਿਸ ਮਰੀਜ਼ ਰਾਹੀਂ ਆਇਆ ਹੈ, ਇੱਥੇ ਪੈਦਾ ਕਿਉਂ ਹੋਇਆ ਤੇ ਕਿਵੇਂ ਹੋਇਆ।
ਅਮਰੀਕਾ ਦੇ ਟੈਕਸਾਸ ਸੂਬੇ 'ਚ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ 4 ਸਾਲਾਂ ਦੀ ਬੇਟੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਅਤੇ ਮੀਡੀਆ ਰਿਪੋਰਟ ਦੇ ਵਿੱਚ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ। ਹੈਰਿਸ ਕਾਉਂਟੀ ਸ਼ੈਰਿਫ ਅਤੇ ਗੋਜ਼ਾਲੇਜ਼ ਨੇ ਕਿਹਾ ਕਿ ਵੀਰਵਾਰ ਨੂੰ ਤੜਕੇ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਚੈਂਪੀਅਨ 1 ਖੇਤਰ ਦੇ ਵਿੱਚ ਵਿਜ਼ਿਟ ਪਾਰਕ ਅਪਾਰਟਮੈਂਟ ਕੰਪਲੈਕਸ 'ਚ ਦਾਖਲ ਹੋਏ ਅਤੇ ਉੱਥੇ 4 ਲੋਕਾਂ ਨੂੰ ਇੱਕ ਮਕਾਨ ਦੇ ਅੰਦਰ ਮ੍ਰਿਤਕ ਪਾਇਆ ਗਿਆ। ਉਹਨਾਂ ਕਿਹਾ ਕਿ ਵਿਅਕਤੀ ਦੀ ਲਾਸ਼ ਨੇੜੇ ਇੱਕ ਅਰਧ ਆਟੋਮੈਟਿਕ ਬੰਦੂਕ ਮਿਲੀ ਸੀ। ਇੱਕ ਗੋਜ਼ਾਲੇਜ਼ ਨੇ ਟਵੀਟ 'ਚ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਅਕਤੀ ਵੱਖ ਰਹਿ ਰਹੀ ਆਪਣੀ ਪਤਨੀ ਦੇ ਘਰ ਆਇਆ ਸੀ। ਉਸ ਤੋਂ ਬਾਅਦ ਉਸਨੇ ਉੱਥੇ ਜਾ ਕੇ ਪਤਨੀ 4 ਸਾਲਾਂ ਦੀ ਬੇਟੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਘਟਨਾ ਵਾਲੀ ਥਾਂ ਤੇ 4 ਲਾਸ਼ਾਂ ਮਿਲੀਆਂ ਨੇ ਅਤੇ ਉੱਥੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਇਹ ਪਰਿਵਾਰ ਮੂਲ ਰੂਪ ਦੇ ਵਿੱਚ ਨਾਲ ਦੱਖਣੀ ਏਸ਼ੀਆ ਦੇ ਨਾਲ ਸੰਬੰਧਿਤ ਸੀ। ਐਂਡ ਗੋਜ਼ਾਲੇਜ਼ ਦੇ ਮੁਤਾਬਕ ਉਹਨਾਂ ਦਾ ਤਲਾਕ ਹੋਣ ਵਾਲਾ ਸੀ ਅਤੇ ਦੋਵੇਂ ਪਤੀ ਪਤਨੀ ਵੱਖ ਰਹਿੰਦੇ ਸਨ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਮੈਨੂੰ ਦਿਓ ਆਗਿਆ। ਧੰਨਵਾਦ।